ਵੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਸੂਬੇ 'ਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਖੇਡ ਕੁੰਭ ਪੰਜਾਬ ਖੇਡ ਮੇਲਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਲੱਖਾਂ ਖਿਡਾਰੀਆਂ ਲਈ ਹਮੇਸ਼ਾ ਤੋਂ ਪ੍ਰੇਰਨਾ ਦਾ ਸਰੋਤ ਰਹੇ ਹਨ ਅਤੇ ਪੰਜਾਬ ਖੇਡ ਮੇਲਾ ਉੱਭਰਦੇ ਖਿਡਾਰੀਆਂ ਤੇ ਆਮ ਲੋਕਾਂ ਵਿਚਾਲੇ ਖੇਡਾਂ ਦੀ ਚਿਗਨ ਨੂੰ ਹੋਰ ਹਵਾ ਦੇਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਢਲਾ ਉਦੇਸ਼ ਇੱਕ ਪਾਸੇ ਖੇਡਾਂ ਦੇ ਖੇਤਰ ਵਿੱਚ ਨਵੀਆਂ ਪ੍ਰਤਿਭਾਵਾਂ ਦੀ ਪਹਿਚਾਣ ਕਰਨਾ ਅਤੇ ਦੂਜੇ ਪਾਸੇ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਆਪਣੀਆਂ ਚਮਕਾਂ ਵਿਖੇਰ ਰਹੇ ਪੰਜਾਬ ਦੇ ਖਿਡਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਹਨਾਂ ਨੂੰ ਅਨੁਕੂਲ ਮਾਹੌਲ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਚਮਕ ਦਿਖਾ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਮੇਲਾ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਨ ਤੋਂ ਇਲਾਵਾ ਸੂਬੇ 'ਚ ਖੇਡਾਂ ਦੇ ਮੁਆਫਕ ਮਾਹੌਲ ਪੈਦਾ ਹੋਣਾ ਯਕੀਨੀ ਬਣਾ ਦੇਵੇਗਾ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਮੇਲਾ ਹੋਵੇਗਾ ਜਿਸ 'ਚ ਖਿਡਾਰੀਆਂ ਤੇ ਨਾਗਰਿਕਾਂ ਸਣੇ 4 ਲੱਖ ਤੋਂ ਵੱਧ 28 ਖੇਡ ਵੰਨਗੀਆਂ ਦਾ ਹਿੱਸਾ ਹੋਣਗੇ। ਉਹਨਾਂ ਕਿਹਾ ਕਿ ਇਹ ਮੇਲਾ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਇਆ ਜਾਵੇਗਾ। ਜੇਤੂ ਨੂੰ ਸਰਟੀਫਿਕੇਟ ਸਮੇਤ ਕੁੱਲ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੇ ਖੇਡ ਮੇਲੇ ਦੌਰਾਨ ਪੈਰਾ ਐਥਲੈਟਿਕ ਨਾਲ 40 ਸਾਲ ਤੋਂ ਵੱਧ ਉਮਰ ਵਰਗ ਵਾਲਿਆਂ ਲਈ ਵੱਖ-ਵੱਖ ਖੇਡ ਵੰਨਗੀਆਂ ਹੋਣਗੀਆਂ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਵਿੱਚੋਂ ਜ਼ਮਾਨਤ ਉੱਪਰ ਆਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਮਾਮਲੇ ਤੇ ਸਿਆਸੀ ਘਮਸਾਨ ਮਚ ਗਿਆ ਹੈ। ਦਰਅਸਲ ਸਿੰਗਲਾ ਵੱਲੋਂ ਟਵੀਟ ਕਰ ਸਿਵਲ ਸਕੱਤਰੇਤ 'ਚ ਕੀਤੀ ਗਈ ਸਰਕਾਰੀ ਮੀਟਿੰਗ ਦੀ ਤਸਵੀਰ ਪੋਸਟ ਕੀਤੀ ਗਈ, ਜਿਸ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਗਈ। ਸੁਖਪਾਲ ਸਿੰਘ ਖਹਿਰਾ ਨੇ ਸੀਐਮ ਭਗਵੰਤ ਮਾਨ ਤੇ ਹਮਲਾ ਬੋਲਿਆ ਹੈ ਤੇ ਆਪ ਸਰਕਾਰ ਤੋਂ ਸਵਾਲ ਕੀਤੇ ਹਨ। ਕਾਂਗਰਸ ਨੇ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਉਹਨਾਂ ਦੀ ਸਰਕਾਰ ਵਿੱਚ ਭ੍ਰਿਸ਼ਟ ਮੰਤਰੀ ਅਤੇ ਵਿਧਾਇਕਾਂ ਦੀ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਉਹ ਵਿਧਾਇਕ ਵਿਧਾਨ ਸਭਾ ਸਕੱਤਰੇਤ ਵਿੱਚ ਮੀਟਿੰਗ ਕਰ ਰਹੇ ਹਨ ਅਤੇ ਇਹ ਕਿਹੋ ਜਿਹਾ ਬਦਲਾਅ ਹੈ। ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਚੈਲੰਜ ਕਰਦੇ ਕਿਹਾ ਕਿ ਉਹ ਜਵਾਬ ਦੇਣ ਕਿ ਡਾਕਟਰ ਵਿਜੇ ਸਿੰਗਲਾ ਇਮਾਨਦਾਰ ਹੈ ਜਾਂ ਭ੍ਰਿਸ਼ਟ ਹੈ, ਕਿਉਂਕਿ ਉਹ ਹੁਣ ਵਿਧਾਇਕ ਵਜੋਂ ਆਮ ਆਦਮੀ ਦਾ ਹਿੱਸਾ ਹੈ। ਕਿ ਸੰਗਰੂਰ ਲੋਕ ਸਭਾ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਸੂਬੇ ਭਰ ਦੇ ਮੂੰਗੀ ਦੇ ਕਾਸ਼ਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰਮੀਆਂ ਦੀ ਮੂੰਗੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ MSP ਤੇ ਖਰੀਦ ਦੀ ਮਿਤੀ 10 ਅਗਸਤ ਤੱਕ ਵਧਾ ਦਿੱਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਤੇ ਮੂੰਗੀ ਦੀ ਫਸਲ ਦੀ ਖਰੀਦ 31 ਜੁਲਾਈ ਨੂੰ ਖਤਮ ਹੋਣੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਸਹੂਲਤ ਦੇਣ ਲਈ ਸੂਬਾ ਸਰਕਾਰ ਨੇ ਇਸ ਖਰੀਦ ਸੀਜ਼ਨ ਨੂੰ 10 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਆਪਣੀ ਫਸਲ ਨਹੀਂ ਵੇਚੀ ਉਹ ਹੁਣ ਵਧੀ ਤਰੀਕ ਤੱਕ ਮੰਡੀਆਂ ਵਿੱਚ ਵੇਚ ਸਕਦੇ ਹਨ। ਉਹਨਾਂ ਕਿਹਾ ਕਿ ਖਰੀਦ ਲਈ ਰਾਜ ਦੀ ਨੋਡਲ ਏਜੰਸੀ ਮਾਰਕਫੈਡ ਦੇ ਪ੍ਰਬੰਧ ਨਿਰਦੇਸ਼ਕ ਰਾਮਵੀਰ ਨੂੰ ਸੰਬੰਧੀ ਲੋੜੀਂਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕਰਦੇ ਹੋਏ ਸੂਬੇ ਦੇ ਮੂੰਗੀ ਕਾਸ਼ਤਕਾਰਾਂ ਨੂੰ ਵੱਡੀ ਸਹੂਲਤ ਦਿੱਤੀ ਹੈ ਅਤੇ ਗਰਮੀਆਂ ਦੀ ਮੂੰਗੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ MSP ਦੀ ਖਰੀਦ ਮਿਤੀ ਨੂੰ 10 ਅਗਸਤ ਤੱਕ ਵਧਾ ਦਿੱਤਾ ਹੈ। ਮਿਸ ਯੂਨੀਵਰਸ ਹਰਨਾਸ਼ ਕੌਰ ਸੰਧੂ ਦੀਆਂ ਮੁਸ਼ਕਲਾਂ ਇੰਨੀ ਦਿਨੀ ਵੱਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਦੀ ਮਸ਼ਹੂਰ ਕਲਾਕਾਰ ਉਪਾਸਮਾ ਸਿੰਘ ਨੇ ਅਭਿਨੇਤਰੀ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਹਰਸ਼ਰਨ ਕੌਰ ਉਪਾਸਮਾ ਸਿੰਘ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ ਬਾਈ ਜੀ ਕੁੱਟਣਗੇ ਦੀ ਅਦਾਕਾਰ ਹੈ। ਉਪਾਸਮਾ ਸਿੰਘ ਨੇ ਇਸ ਸੰਬੰਧੀ ਹਰਨਾਸ਼ ਕੌਰ ਦੇ ਗੰਭੀਰ ਦੋਸ਼ ਲਗਾਏ ਹਨ। ਉਪਾਸਮਾ ਸਿੰਘ ਦਾ ਕਹਿਣਾ ਹੈ ਕਿ ਬਾਈ ਜੀ ਕੁੱਟਣਗੇ ਫਿਲਮ ਰਿਲੀਜ਼ ਹੋਣੀ ਸੀ, ਪਰ ਹਰਨਾਸ਼ ਕੌਰ ਸੰਧੂ ਨੇ ਫਿਲਮ ਦਾ ਪ੍ਰਚਾਰ ਨਹੀਂ ਕੀਤਾ। ਉਪਾਸਮਾ ਸਿੰਘ ਨੇ ਦੱਸਿਆ ਕਿ ਸੰਧੂ ਨਾਲ ਕਈ ਤਰੀਕਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੋਈ ਵੀ ਜਵਾਬ ਨਹੀਂ ਦਿੱਤਾ। ਸੰਧੂ ਨੂੰ ਫੋਨ, ਮੈਸੇਜ ਅਤੇ ਮੇਲ ਵੀ ਕੀਤੇ, ਪਰ ਉਸਦਾ ਕੋਈ ਵੀ ਜਵਾਬ ਨਹੀਂ ਆਇਆ। ਇਸ ਦੇ ਨਾਲ ਹੀ ਉਪਾਸਮਾ ਸਿੰਘ ਨੇ ਹੁਣ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਪਾਸਮਾ ਸਿੰਘ ਨੇ ਦੱਸਿਆ ਹੈ ਕਿ ਇਕਰਾਰਨਾਮੇ ਮੁਤਾਬਕ ਹਰਸ਼ਰਨ ਨੇ 25 ਦਿਨਾਂ ਲਈ ਫਿਲਮ ਦੀ ਪ੍ਰਮੋਸ਼ਨ ਕਰਨੀ ਸੀ, ਪਰ ਹੁਣ ਚੰਗਾ ਹੋਵੇਗਾ ਜੇਕਰ ਉਹ 5 ਦਿਨਾਂ ਲਈ ਫਿਲਮ ਦੀ ਪ੍ਰਮੋਸ਼ਨ ਕਰੇ। ਉਪਾਸਮਾ ਸਿੰਘ ਦੇ ਵਕੀਲ ਮੁਤਾਬਕ ਉਸਨੇ ਅਦਾਲਤ ਤੋਂ ਹਰਜਾਨੇ ਦਾ ਦਾਅਵਾ ਕੀਤਾ ਹੈ। ਧਿਆਨਯੋਗ ਹੈ ਕਿ ਪੰਜਾਬ ਦੀ ਹਰਨਾਸ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਭਾਰਤ ਨੇ ਇਹ ਮੁਕਾਬਲਾ 21 ਸਾਲ ਬਾਅਦ ਜਿੱਤਿਆ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਤੇ 15% GST ਟੈਕਸ ਲਗਾਉਣ ਦਾ ਮੁੱਦਾ ਵਿਚਾਰਿਆ। ਜਾਣਕਾਰੀ ਮੁਤਾਬਕ ਉਹਨਾਂ ਨੇ ਪੰਜਾਬ ਨਾਲ ਜੁੜੇ
ਕਈ ਅਹਿਮ ਮੁੱਦਿਆਂ ਦੀ ਵੀ ਗੱਲਬਾਤ ਕੀਤੀ ਹੈ। ਰਾਘਵ ਚੱਡਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ करके अपनी राय जरूर दियो। आज मैंने देश की माननीय वित्त मंत्री निर्मला सीतारमन जी से मुलाकात करी और दो अहम मुद्दों पे 3 करोड़ पंजाबियों की ओर से अपनी बात रखी। पहली चीज, पूरी दुनिया से सचखंड श्री हरमंदिर साहब द होली गोल्डन टेम्पल लाखों लोग रोज आते हैं। संगत जो वहां आती है वो गोल्डन टेम्पल के बाहर बने जितने भी सराह हैं, यानी कि छोटे छोटे अकोमोडेशन सेंटर्स, जिन्हें गुरुद्वारा प्रबंधक कमेटी हो, गुरुद्वारा प्रशासन हो, वो चलाता है। आज केंद्र में बैठी सरकार ने उन सराह पर भी, उन छोटे अकोमोडेशन सेंटर्स पर भी 12% जीएसटी लगाकर संगत का और संगत की सेवा का अपमान किया है। ये टैक्स हमें मुगल काल के शासक औरंगजेब के जजिया टैक्स की याद दिलाता है। जब औरंगजेब ने तीर्थ यात्रा पर टैक्स लगाकर, जजिया लगाकर टैक्स वसूलना शुरू किया था। आज उसी प्रकार ये छोटे सराह जो गुरु साहब के दरबार के बाहर बने हैं, जहां पर संगत आकर रुकती है, आज उस पर भी जीएसटी लगाकर इस सरकार ने एक गलत काम किया। आज मैंने माननीय वित्त मंत्री जी को हाथ जोड़कर बेनती करी, पूरी संगत की ओर से, 3 करोड़ पंजाबियों की ओर से, कि इस टैक्स को वापस लिया जाए। हमारी श्रद्धा पे, हमारी भक्ति पे, हमारी भावनाओं पे, हमारे सेंटिमेंट्स पर, हमारी बिलीफ्स पर इस टाइप का कोई टैक्स नहीं लगना चाहिए। मैं पेशे से चार्टेड अकाउंटेंट हूं। आपको मैं बता दूं कि टैक्स मुनाफे पे लगाया जाता है या मुनाफे के लिए बनी जो संस्थाएं हैं उन पे लगाया जाता है। जैसे कोई 5 सितारा होटल में जाकर रहे तो उस पे जीएसटी लगता है। जो भी मुनाफे के लिए बनी कंपनियां हैं उन पर जीएसटी लगता है, यानी कि टैक्स लगता। लेकिन जो संस्था मुनाफे के लिए नहीं बल्कि सेवा के लिए बनी है उस पे कोई टैक्स नहीं लगता। हिंदुस्तान में आज तक नहीं लगा। लेकिन इस सरकार ने सेवा के लिए, नॉट फॉर प्रॉफिट, सेवा के लिए बनी संस्थाओं पर भी टैक्स लगाने का काम किया। मैंने सरकार को टैक्स लगाने के इस बेसिक रूल के बारे में भी बताया कि टैक्स मुनाफे पे लगाया जाता है, सेवा के लिए बने केंद्रों पर और सराहों पर नहीं लगाया जाता। इसी के साथ साथ मैंने एक और बड़ा मुद्दा पंजाब का माननीय वित्त मंत्री जी के सामने रखा और उठाया। वो था पंजाब को एक बड़ा फाइनेंशियल पैकेज देने का। पंजाब ने अपना पेट काटकर देश का पेट भरने का काम किया। पंजाब के किसानों ने, पंजाब ने 1965 में जब देश में अनाज की कमी हुई, जब देश अनाज के एक बहुत बुरे दौर से गुजर रहा था, हमें देश का पेट पालने के लिए दुनिया भर से अनाज इंपोर्ट करना पड़ रहा था। उस दौर में पंजाब के किसानों ने देश का पेट भरा। ग्रीन रेवोल्यूशन यानी कि हरित क्रांति की शुरुआत हो या फिर धान की खेती एक बड़े पदर पे, बड़े लेवल पे करने की बात हो, पंजाब के लोगों ने, पंजाब के किसानों ने वो करके दिखाया, जिसके चलते पंजाब ने धान की खेती करके देश का तो पेट पाला, लेकिन पंजाब का पानी सूखता गया। और आज पंजाब में हालत यह है कि 500 फीट 600 फीट जमीन के नीचे भी पानी नहीं मिलता है।
पंजाब में पानी की ये हालत देखते हुए और पंजाब के किसानों की हालत देखते हुए मैंने माननीय वित्त मंत्री जी से एक बड़े फाइनेंशियल पैकेज की और साथ ही साथ पंजाब को एडिशनल वाटर रिसोर्सेज देने की बात रखी। वो पंजाब जिसने मुश्किल दौर में भारत देश का पेट भरा, आज वो पंजाब सूबा अपने देश की सरकार के ओर देख रहा है, अपने देश की दिल्ली में बैठी सरकार की ओर देख रहा है और कह रहा है कि अब मुश्किल दौर में हमने आपका साथ दिया, अब आप हमारा साथ दीजिए और हमें एक बड़ा फाइनेंशियल पैकेज मिलना चाहिए, एडिशनल वाटर रिसोर्सेज हमें मिलने चाहिए। ये दो बड़ी मांगे आज मैंने माननीय वित्त मंत्री जी के सामने रखी हैं। एक मेमोरेंडम, एक ज्ञापन भी दिया है। उन्होंने बड़े आराम से मेरी बात सुनी, मेरा जो ज्ञापन था वो लिया और मुझे विश्वास है कि जरूर इस पर केंद्र सरकार कार्रवाई करेगी और पंजाब के साथ जो सदियों से केंद्र सरकार एक सौतेला व्यवहार करती आई है, वो सौतेला व्यवहार बंद होगा और पंजाब का हक पंजाब को मिलेगा। आम आदमी पार्टी पंजाब के हकों की ये लड़ाई लड़ती रहेगी, सदन में भी लड़ेगी, सदन के बाहर में भी लड़ेगी। कोई सवाल आपका हो तो आप पूछ सकते हैं। नहीं, एमएसपी की कमेटी के बारे में हम पहले ही केंद्र सरकार को ये लिख कर दे चुके हैं। सदन में भी ये मुद्दा उठाया कि किसानों के लिए बनी ये कमेटी एक धोखा है। इस कमेटी में केवल बीजेपी के सपोर्टर, समर्थक, बीजेपी के मेंबर्स हैं। ये कमेटी कभी भी देश के किसान का हित नहीं सोच सकती। इस कमेटी को भंग करके एक नई एमएसपी कमेटी का गठन हो, जो एक बैलेंस्ड कमेटी हो और उसका सिर्फ एक ही उद्देश्य होना चाहिए, एमएसपी को कानूनी गारंटी देना। आज जो कमेटी बनाई गई है उसके टर्म्स में भी ये नहीं लिखा कि वो एमएसपी को कानूनी गारंटी देने के लिए बनाई गई समिति। कोई और सवाल? देखिए, बीजेपी कांग्रेस जरूर तिरंगे को लेकर अपनी सियासत करते रहें, लेकिन बीजेपी और कांग्रेस की इस लड़ाई के बीच मैं आपको बता दूं कि दिल्ली के मुख्यमंत्री अरविंद केजरीवाल जी और उनकी सरकार, दिल्ली सरकार, तिरंगे का और भारत की आजादी का ये त्योहार मनाने के लिए एक बहुत बड़ा कार्यक्रम दिल्ली में करने जा रही है। उस कार्यक्रम का आयोजन दिल्ली सरकार अरविंद केजरीवाल जी द्वारा किया जा रहा है। उस सब में हम आपको भी जरूर निमंत्रण देंगे, जिसमें लाखों बच्चे देश के तिरंगे, भारत माता के उस झंडे को लहराते हुए दिल्ली से एक आवाज निकलेगी जो देश के कोने कोने तक जाएगी कि आज हम आजाद भारत के 75वें साल को धूमधाम से देशवासी, दिल्लीवासी मिलकर मनाएंगे और भारत माता की जय के नारे को बुलंद करेंगे।